ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੱਚ ਸੂਰਜ ਪਰਗਾਸ ਹੈ, ਕੂੜਹ ਘੁੱਗੂ ਕੁਝ ਨਾ ਸੁਝੈ। ਸੱਚ ਵਣਸਪਤ ਬੋਹੀਐ, ਕੂੜਹ ਵਾਸ ਨ ਚੰਦਨ ਬੁਝੈ। ਸੱਚਹੁ ਸਫਲ ਤਰੋਵਰਾ, ਸਿਮਲ ਅਫਲ ਵਡਾਈ ਲੁਝੈ। ਸਾਵਣ ਵਣ ਹਰਿਆਵਲੇ, ਸੁੱਕੈ ਅਕ ਜਵਾਹਾਂ ਰੁੱਝੈ। ਮਾਣਕ ਮੋਤੀ ਮਾਨਸਰ, ਸੰਖ ਨਿਸਖਣ ਹਸਤਨ ਦੂਜੈ। ਸੱਚ ਗੰਗੋਦਕ ਨਿਰਮਲਾ, ਕੂੜ ਰਲੈ ਮਦ ਪ੍ਰਗਟ ਗੁੱਜੈ। ਸੱਚ ਸੱਚਾ ਕੂੜ ਕੂੜਹੁ ਖੁੱਜੈ। ਸੱਚ ਸੱਚਾ ਕੂੜ ਕੂੜਹੁ ਖੁੱਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਆਪ ਜੀ ਨੇ 30ਵੀਂ ਵਾਰ ਦੀ 11ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਸੱਚ ਤੇ ਝੂਠ ਦਾ ਨਿਰਣਾ ਕਰਦੇ ਨੇ। ਜਿਵੇਂ ਆਪਾਂ ਪਿਛਲੀਆਂ ਪੌੜੀਆਂ ਦੇ ਵਿੱਚ ਸਰਵਣ ਕੀਤਾ ਹੈ, ਸੱਚ ਸਦਾ ਹੀ ਕਾਇਮ ਰਹਿਣ ਵਾਲਾ ਹੈ, ਕੂੜ ਨਿਖੁੱਟ ਜਾਣ ਵਾਲਾ ਹੈ। ਸੱਚ ਸਦਾ ਹੀ ਸ਼ੋਭਾ ਪਾਉਂਦਾ ਹੈ ਤੇ ਕੂੜ ਕੋਝਾ ਹੈ, ਉਹਦੀ ਕੋਈ ਸ਼ੋਭਾ ਨਹੀਂ, ਕੋਈ ਵਡਿਆਈ ਨਹੀਂ ਹੁੰਦੀ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ, ਅੰਮ੍ਰਿਤ ਬੋਲਾਂ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸੱਚ ਸੂਰਜ ਪਰਗਾਸ ਹੈ, ਕੂੜਹੁ ਘੁੱਗੂ ਕੁਝ ਨਾ ਸੁਝੈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਸੱਚ ਜਿਹੜਾ ਹੈ ਇਹ ਸੂਰਜ ਦੇ ਪ੍ਰਕਾਸ਼ ਵਾਂਗੂ ਹੈ। ਜਿਵੇਂ ਸੂਰਜ ਦਾ ਚਾਨਣ ਹੁੰਦਾ ਹੈ, ਸਭ ਕੁਝ ਨਜ਼ਰ ਆਉਂਦਾ ਹੈ, ਇਸ ਤਰ੍ਹਾਂ ਦਾ ਸੱਚ ਹੈ। ਜਿਹੜਾ ਝੂਠ ਹੈ, ਘੁੱਗੂ, ਉਹ ਉੱਲੂ ਵਰਗਾ ਹੈ, ਉਹਨੂੰ ਕੁਝ ਵੀ ਦਿਸਦਾ ਹੀ ਨਹੀਂ ਦਿਨੇ, ਕੁਝ ਨਜ਼ਰ ਨਹੀਂ ਆਉਂਦਾ। ਸੱਚ ਸੂਰਜ ਵਾਂਗੂ ਚਾਨਣ ਦੇਣ ਵਾਲਾ ਹੈ ਤੇ ਕੂੜ ਜਿਹੜਾ ਝੂਠ ਹੈ ਉਹ ਉੱਲੂ ਵਰਗਾ ਹੈ, ਜਿਹਨੂੰ ਕੁਝ ਵੀ ਦਿਸਦਾ ਨਹੀਂ ਹੈ। ਝੂਠੇ ਬੰਦੇ ਨੂੰ ਕੁਝ ਨਜ਼ਰ ਨਹੀਂ ਆਉਂਦਾ, ਸੋ ਉਹ ਸੱਚ ਦੇ ਨੇੜੇ ਨਹੀਂ ਪਹੁੰਚਦਾ ਹੈ। ਸੱਚ ਵਣਸਪਤ ਬੋਹੀਐ, ਕੂੜਹੁ ਵਾਸ ਨ ਚੰਦਨ ਬੁਝੈ।
ਸੱਚ ਉਸ ਬਨਸਪਤੀ ਵਰਗਾ ਹੈ ਜਿਹੜੀ ਬਨਸਪਤੀ ਚੰਦਨ ਨਾਲ ਮਿਲ ਕੇ ਚੰਦਨ ਦਾ ਰੂਪ ਹੋ ਜਾਂਦੀ ਹੈ, ਬੋਹੀ ਦਾ ਅਰਥ ਸੁਗੰਧਿਤ ਹੋ ਜਾਂਦੀ ਹੈ। ਸੱਚ ਉਸ ਬਨਸਪਤੀ ਵਰਗਾ ਹੈ ਜਿਹੜਾ ਚੰਦਨ ਦੀ ਖੁਸ਼ਬੂ ਦੇ ਨਾਲ ਸੁਗੰਧਿਤ ਹੋ ਜਾਂਦਾ ਹੈ। ਅਤੇ ਝੂਠ ਜਿਹੜਾ ਹੈ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਵਾਂਸ ਵਰਗਾ ਹੈ। ਵਾਂਸ ਜਿੰਨਾ ਮਰਜ਼ੀ ਚੰਦਨ ਦੇ ਨੇੜੇ ਹੋਵੇ ਉਹ ਸੁਗੰਧਿਤ ਨਹੀਂ ਹੁੰਦਾ, ਉਹ ਆਪਣੇ ਹੰਕਾਰ ਦੇ ਵਿੱਚ ਹੀ ਆਫਰਿਆ ਰਹਿੰਦਾ ਹੈ। ਵਾਂਸ ਚੰਦਨ ਦਾ ਰੂਪ ਨਹੀਂ ਹੁੰਦਾ, ਉਹ ਚੰਦਨ ਦੀ ਜਿਹੜੀ ਵਾਸ ਸੁਗੰਧੀ ਹੈ ਉਸ ਨੂੰ ਕਦੇ ਵੀ ਗ੍ਰਹਿਣ ਨਹੀਂ ਕਰਦਾ। ਹੋਰ ਬਨਸਪਤੀ ਤਾਂ ਚੰਦਨ ਜਾਣੀ ਜਾਂਦੀ ਹੈ, ਪਰ ਵਾਂਸ ਚੰਦਨ ਨਹੀਂ ਜਾਣਿਆ ਜਾਂਦਾ। ਸੱਚ ਅਤੇ ਝੂਠ ਦੇ ਵਿੱਚ ਇੰਨਾ ਫਰਕ ਹੈ। ਸੱਚਹੁ ਸਫਲ ਤਰੋਵਰਾ, ਸਿਮਲ ਅਫਲ ਵਡਾਈ ਲੁੱਜੈ। ਸੱਚ ਸਫਲ ਤਰੋਵਰਾ, ਉਹ ਰੁੱਖ ਜਿਹੜੇ ਫਲਾਂ ਦੇ ਸਹਿਤ ਹਨ। ਸੱਚ ਫਲਦਾਰ ਰੁੱਖਾਂ ਵਾਂਗ ਹੈ। ਸੱਚੇ ਬੰਦੇ ਜਿਹੜੇ ਹੈ ਉਹ ਫਲਾਂ ਵਾਲੇ ਰੁੱਖਾਂ ਦੇ ਸਮਾਨ ਹਨ, ਅਤੇ ਕੂੜ ਜਿਹੜਾ ਝੂਠ ਹੈ ਜਾਂ ਜਿਹੜੇ ਝੂਠੇ ਬੰਦੇ ਨੇ ਉਹ ਸਿਮਲ ਵਰਗੇ ਹੈ। ਸਿਮਲ ਹੁੰਦਾ ਤਾਂ ਬਹੁਤ ਵੱਡਾ ਵੇਖਣ ਨੂੰ, ਉੱਚਾ ਵੀ ਬਹੁਤ ਚਲਿਆ ਜਾਂਦਾ ਹੈ, ਪਰ ਫਲ ਨਹੀਂ ਕੰਮ ਦੇ। ਅਫਲ ਵਡਾਈ ਲੁੱਝੈ, ਐਸੇ ਸਿਮਲ ਜਿਹਨੂੰ ਕੋਈ ਫਲ ਨਹੀਂ ਲੱਗਦਾ ਅਤੇ ਉਹ ਆਪਣੀ ਵਡਿਆਈ ਵਿੱਚ, ਹੰਕਾਰ ਵਿੱਚ ਹੀ ਉਹ ਸੜਦਾ ਰਹਿੰਦਾ ਹੈ ਵੀ ਮੈਂ ਬਹੁਤ ਵੱਡਾ ਹਾਂ, ਮੈਂ ਬੜਾ ਉੱਚਾ ਹਾਂ। ਸੋ ਝੂਠ ਜਿਹੜਾ ਨਾ ਹਉਮੈ ਵਿੱਚ ਸੜਨ ਵਾਲਾ ਅਫਲ ਸਿਮਲ ਰੁੱਖ ਵਰਗਾ ਹੈ, ਅਤੇ ਸੱਚ ਫਲਾਂ ਵਾਲੇ ਰੁੱਖ ਵਰਗਾ ਹੈ। ਸਾਵਣ ਵਣ ਹਰੀਆਵਲੇ, ਸੁੱਕੈ ਅੱਕ ਜਵਾਹਾਂ ਰੁੱਝੈ। ਸੱਚ ਕਿਸ ਤਰ੍ਹਾਂ ਦਾ ਹੈ? ਜਿਵੇਂ ਸਾਉਣ ਵਿੱਚ ਮੀਂਹ ਪੈਂਦਾ ਹੈ ਅਤੇ ਜੰਗਲ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ, ਸੱਚ ਉਸ ਬਨ ਵਰਗਾ ਹੈ ਜਿਹੜਾ ਸਾਉਣ ਵਿੱਚ ਹਰਿਆ ਭਰਿਆ ਹੁੰਦਾ ਹੈ। ਸੁੱਕੈ ਅੱਕ ਜਵਾਹਾਂ ਰੁੱਝੈ, ਅਤੇ ਝੂਠ ਜਿਹੜਾ ਹੈ ਉਹ ਅੱਕ ਅਤੇ ਜਵਾਏ ਵਰਗਾ ਹੈ। ਇਹ ਸਾਉਣ ਵਿੱਚ ਸੁੱਕ ਜਾਂਦੇ ਹੈ, ਅੱਕ ਵੀ ਜਵਾਇਆਂ ਵੀ। ਸੋ ਇਹ ਰੁੱਝੈ, ਰਿੱਝਦੇ ਰਹਿੰਦੇ ਹੈ, ਕ੍ਰੋਧ ਦੀ ਅਗਨੀ ਦੇ ਵਿੱਚ ਸੜਦੇ ਰਹਿੰਦੇ ਹੈ। ਇਸੇ ਤਰ੍ਹਾਂ ਜਿਹੜਾ ਝੂਠਾ ਬੰਦਾ ਹੈ ਨਾ, ਭਾਵੇਂ ਗੁਰੂ ਉਪਦੇਸ਼ ਦੀ ਵਰਖਾ ਹੁੰਦੀ ਹੋਵੇ, ਮਨੁੱਖਾ ਜਨਮ ਰੂਪੀ ਸਾਉਣ ਮਹੀਨੇ ਦੇ ਵਿੱਚ ਗੁਰੂ ਉਪਦੇਸ਼ ਦੀ ਵਰਖਾ ਹੋਵੇ, ਪਰ ਝੂਠਾ ਬੰਦਾ ਉਹ ਅੰਦਰੋਂ ਅੰਦਰੀ ਰਿੱਝਦਾ ਰਹਿੰਦਾ ਹੈ, ਸੁੱਕਦਾ ਰਹਿੰਦਾ ਹੈ, ਸੜਦਾ ਰਹਿੰਦਾ ਹੈ। ਅਤੇ ਸੱਚੇ ਬੰਦੇ ਮਨੁੱਖਾ ਜਨਮ ਰੂਪੀ ਸਾਉਣ ਦੇ ਮਹੀਨੇ ਵਿੱਚ ਜਦੋਂ ਗੁਰੂ ਰੂਪ ਬੱਦਲ ਵਰਖਾ ਕਰਦੇ ਹੈ ਤਾਂ ਖੁਸ਼ ਹੋ ਜਾਂਦੇ ਹੈ, ਪ੍ਰਫੁੱਲਤ ਹਰੇ ਭਰੇ ਹੋ ਜਾਂਦੇ ਹੈ। ਮਾਣਕ ਮੋਤੀ ਮਾਨਸਰ, ਸੰਖ ਨਿਸਖਣ ਹਸਤਨ ਦੂਜੈ। ਸੱਚ ਜਿਹੜਾ ਹੈ ਉਹ ਮਾਨ ਸਰੋਵਰ ਦੇ ਮਾਣਕ ਮੋਤੀਆਂ ਵਰਗਾ ਹੈ। ਝੂਠ ਸੰਖ ਨਿਸਖਣ, ਉਹ ਖਾਲੀ ਸੰਖ ਵਰਗਾ ਹੈ। ਹਸਤਨ ਦੂਜੈ, ਜਿਸ ਸੰਖ ਨੂੰ ਹੱਥਾਂ ਵਿੱਚ ਫੜ ਕੇ ਘੁੱਟੀਦਾ ਹੈ, ਨਪੀੜਿਆ ਜਾਂਦਾ ਹੈ, ਵਿੱਚ ਫੂਕ ਮਾਰੀ ਦੀ ਹੈ, ਅਤੇ ਫਿਰ ਉਹ ਸੰਖ ਧਾਹਾਂ ਮਾਰਦਾ ਹੈ। ਸੱਚ ਮਾਨ ਸਰੋਵਰ ਦੇ ਮਾਣਕ ਮੋਤੀਆਂ ਵਰਗਾ ਹੈ, ਅਤੇ ਝੂਠ ਉਸ ਸੰਖ ਵਰਗਾ ਹੈ ਜਿਹੜਾ ਸੰਖ ਅੰਦਰੋਂ ਖਾਲੀ ਹੈ। ਇਸੇ ਤਰ੍ਹਾਂ ਜਿਹੜਾ ਝੂਠਾ ਨਾ, ਝੂਠ ਉਹ ਸਦਾ ਹੀ ਰੋਂਦਾ ਰਹਿੰਦਾ, ਸਦਾ ਹੀ ਦੁਖੀ ਰਹਿੰਦਾ ਹੈ, ਸਦਾ ਹੀ ਧਾਹਾਂ ਮਾਰਦਾ ਰਹਿੰਦਾ ਹੈ। ਸੱਚ ਗੰਗੋਦਕ ਨਿਰਮਲਾ,
ਕੂੜ ਰਲੈ ਮਦ ਪ੍ਰਗਟ ਗੁਜੈ। ਸੱਚ ਗੰਗਾ ਜਲ ਵਰਗਾ ਸ਼ੁੱਧ ਪਵਿੱਤਰ ਤੇ ਨਿਰਮਲ ਹੈ, ਪਰ ਕੂੜ ਦੀ ਸ਼ਰਾਬ ਲੁਕਾ ਕੇ ਰੱਖਿਆਂ ਵੀ ਪ੍ਰਗਟ ਹੋ ਜਾਂਦੀ ਹੈ। ਸੱਚ ਗੰਗਾ ਦੇ ਜਲ ਵਰਗਾ ਪਵਿੱਤਰ ਹੈ, ਸ਼ੁੱਧ ਹੈ, ਤੇ ਝੂਠ ਜਿਹੜਾ ਹੈ ਉਹ ਸ਼ਰਾਬ ਵਰਗਾ ਹੈ, ਜਿਸ ਨੂੰ ਸਤਿਗੁਰੂ ਨੇ ਬਾਣੀ ਵਿੱਚ ਜਿਹਦਾ ਸੇਵਨ ਕਰਨ ਲਈ ਮਨ੍ਹਾ ਕੀਤਾ ਹੈ। ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਸੱਚ ਸ਼ਰਾਬ ਵਰਗਾ ਹੈ ਤੇ ਵਾਹਿਗੁਰੂ ਸੱਚ ਜਿਹੜਾ ਉਹ ਗੰਗਾ ਜਲ ਵਰਗਾ ਹੈ, ਤੇ ਝੂਠ ਜਿਹੜਾ ਹੈ ਉਹ ਸ਼ਰਾਬ ਵਰਗਾ ਹੈ। ਸੱਚ ਸੱਚਾ ਕੂੜ ਕੂੜਹੁ ਖੁੱਜੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਸੱਚ ਹੈ ਉਹ ਹਮੇਸ਼ਾ ਸੱਚ ਹੀ ਰਹਿੰਦਾ ਹੈ। ਸੱਚ ਕਦੇ ਝੂਠ ਨਹੀਂ ਬਣਦਾ, ਸੱਚ ਸਦਾ ਹੀ ਸੱਚ ਰਹੇਗਾ। ਉਹ ਅੱਜ ਵੀ ਸੱਚ ਹੈ, ਕੱਲ੍ਹ ਵੀ ਸੱਚ ਹੈ, ਅਤੇ ਪਰਸੋਂ ਵੀ ਸੱਚ ਹੈ। ਸੱਚ ਸਦੀਆਂ ਤੱਕ ਸੱਚ ਰਹੇਗਾ। ਕੂੜ ਕੂੜਹੁ ਖੁੱਜੈ। ਕੂੜ ਕੂੜੇਪਨ ਤੋਂ ਹੀ ਜਾਣਿਆ ਜਾਂਦਾ ਹੈ, ਝੂਠ ਸਦਾ ਹੀ ਝੂਠ ਹੀ ਰਹਿੰਦਾ ਹੈ। ਸੋ ਅਗਲੀ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਮਝਾਉਂਦੇ ਹੈ ਕਿ ਜਿਹੜਾ ਸੱਚ ਹੈ ਨਾ, ਉਹਦੀ ਸਦਾ ਹੀ ਜਿੱਤ ਹੁੰਦੀ ਹੈ। ਝੂਠ ਹਾਰ ਜਾਂਦਾ ਹੈ, ਸੱਚ ਨੂੰ ਸ਼ਾਬਾਸ਼ ਮਿਲਦੀ ਹੈ। ਝੂਠੇ ਬੰਦੇ ਤੋਂ ਲੋਕ ਕਿਨਾਰਾ ਕਰਦੇ ਨੇ, ਪਾਸੇ ਹੋ ਜਾਂਦੇ ਨੇ। ਸੱਚ ਕੂੜ ਦੋਏ ਝਾਗੜੂ, ਝਗੜਾ ਕਰਦਾ ਚੌਥੈ ਆਇਆ। ਸੱਚ ਤੇ ਕੂੜ, ਸੱਚ ਤੇ ਝੂਠ, ਇਹ ਦੋਵੇਂ ਝਾਗੜੂ, ਝਗੜਾ ਕਰਨ ਵਾਲੇ ਹੈ। ਸੱਚ ਵੀ ਝਗੜਾ ਕਰਨ ਵਾਲਾ, ਝੂਠ ਵੀ ਝਗੜਾ ਕਰਨ ਵਾਲਾ। ਝਗੜਾ ਕਰਦਾ ਚੌਥੈ ਆਇਆ, ਤੇ ਝਗੜਾ ਕਰਦਿਆਂ ਕਰਦਿਆਂ ਇਹ ਉਸ ਚਬੂਤਰੇ 'ਤੇ ਆਏ ਜਿਹੜਾ ਨਿਆਂ ਵਾਲਾ ਚਬੂਤਰਾ ਹੁੰਦਾ ਹੈ। ਸਭਾ ਦੇ ਵਿੱਚ, ਕਚਹਿਰੀ ਦੇ ਵਿੱਚ, ਹਾਕਮ ਦੀ ਕਚਹਿਰੀ ਵਿੱਚ, ਅਦਾਲਤ ਵਿੱਚ ਵੀ ਇੱਥੋਂ ਨਿਆਂ ਮਿਲੇਗਾ। ਸੱਚ ਤੇ ਝੂਠ, ਜਾਂ ਇਉਂ ਕਹਿ ਲਓ ਵੀ ਇੱਕ ਸੱਚਾ ਬੰਦਾ ਹੈ, ਇੱਕ ਝੂਠਾ ਬੰਦਾ ਹੈ। ਦੋਵੇਂ ਉਹ ਝਗੜਾ ਕਰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ। ਅਤੇ ਉਹ ਝਗੜਦਿਆਂ ਝਗੜਦਿਆਂ ਦੋਵੇਂ, ਜਿੱਥੇ ਨਿਆਂ ਹੁੰਦਾ ਨਾ, ਜਿਸ ਚਬੂਤਰੇ ਦੇ ਉੱਤੇ, ਥੜੇ ਦੇ ਉੱਤੇ ਜਿਹੜਾ ਨਿਆਂ ਕਰਨ ਵਾਲਾ ਚਬੂਤਰਾ ਹੈ ਸਭਾ ਦਾ, ਉੱਥੇ ਸਭਾ ਵਿੱਚ ਦੋਵੇਂ ਆਏ ਹੈ, ਸੱਚਾ ਬੰਦਾ ਅਤੇ ਝੂਠਾ ਬੰਦਾ। ਅੱਗੇ ਸੱਚਾ ਸੱਚ ਨਿਆਏ, ਆਪ ਹਜੂਰ ਦੋਵੈ ਝਗੜਾਇਆ। ਅਤੇ ਅੱਗੇ ਸੱਚਾ ਹਾਕਮ ਜਿਹੜਾ ਉਹ ਸੱਚ ਨਿਆਂ ਕਰਨ ਵਾਲਾ ਬੈਠਾ ਹੈ। ਨਿਆਂ ਕਰਨ ਵਾਲਾ ਸੱਚਾ ਹਾਕਮ ਬੈਠਾ ਹੈ। ਸੱਚਾ ਹਾਕਮ ਕੌਣ ਹੈ? ਪਰਮਾਤਮਾ। ਉਹ ਸੱਚਾ ਨਿਆਂ ਕਰਦਾ। ਆ ਦੁਨੀਆ ਦੀਆਂ ਅਦਾਲਤਾਂ ਦੇ ਵਿੱਚ ਤਾਂ ਕਈ ਵਾਰ ਜੱਜ ਵੀ ਜਿਹੜੇ ਹੈ ਨਾ, ਉਹ ਝੂਠ ਦਾ ਪੱਖ ਲੈ ਜਾਂਦੇ ਹੈ। ਅਤੇ ਐਸਾ ਚੱਲਦਾ ਰਿਹਾ ਔਰ ਚੱਲ ਰਿਹਾ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ ਵੀ ਉਹ ਵੱਢੀ ਲੈ ਕੇ ਹੱਕ ਗਵਾ ਦਿੰਦੇ ਸੀ। ਭਾਈ ਗੁਰਦਾਸ ਜੀ ਨੇ ਵੀ ਪਹਿਲੀ ਵਾਰ ਵਿੱਚ ਜ਼ਿਕਰ ਕੀਤਾ ਹੈ। ਸੋ ਇਹ ਦੋਵੇਂ ਝਗੜਦੇ ਹੋਏ ਕਚਹਿਰੀ ਵਿੱਚ ਗਏ। ਅੱਗੇ ਸੱਚਾ ਹਾਕਮ ਬੈਠਾ ਹੈ, ਸੱਚ ਨਿਆਏ, ਉਹ ਸੱਚਾ ਇਨਸਾਫ ਨਿਆਂ ਕਰਨ ਵਾਲਾ ਹੈ। ਆਪ ਹਜੂਰ ਦੋਵੇਂ ਝਗੜਾਇਆ, ਅਤੇ ਸੱਚੇ ਹਾਕਮ ਨੇ ਆਪਣੇ ਹਜੂਰ ਦੋਵਾਂ ਨੂੰ ਝਗੜਾਇਆ, ਭਾਵ ਦੋਵਾਂ ਦੇ ਬਿਆਨ ਸੁਣੇ। ਦੋਵਾਂ ਨੂੰ ਪੁੱਛਿਆ ਵੀ ਤੂੰ ਦੱਸ ਕੀ ਗੱਲ ਹੈ। ਸੱਚ ਨੂੰ ਵੀ ਪੁੱਛਿਆ, ਝੂਠ ਨੂੰ ਵੀ ਪੁੱਛਿਆ, ਸੱਚੇ ਬੰਦੇ ਨੂੰ ਵੀ, ਝੂਠੇ ਬੰਦੇ ਨੂੰ ਵੀ। ਤਾਂ ਦੋਵਾਂ ਦੀਆਂ ਗੱਲਾਂ, ਦੋਵਾਂ ਦੇ ਬਿਆਨ ਉਹਨੇ ਸੁਣੇ। ਸੱਚ ਸੱਚਾ ਕੂੜ ਕੂੜਿਆਰ, ਪੰਚਾ ਵਿੱਚ ਦੋ ਕਰ ਸਮਝਾਇਆ। ਸੱਚ ਸੱਚਾ ਸਾਬਤ ਹੋਇਆ, ਅਤੇ ਕੂੜ ਜਿਹੜਾ ਝੂਠਾ ਬੰਦਾ ਸੀ ਉਹ ਝੂਠਾ ਸਾਬਤ ਹੋ ਗਿਆ। ਪੰਚਾ ਵਿੱਚ ਦੋ, ਅਤੇ ਜਿਹੜੇ ਪੰਜ ਸਿਆਣੇ ਬੰਦੇ ਸੀ ਨਾ, ਉਹ ਵਿੱਚ ਦੋ, ਉਹ ਵਕੀਲ ਬਣੇ।
ਪੰਚਾਂ ਨੇ ਵਕੀਲਾਂ ਦੇ ਨਾਲ ਵਿਚਾਰ ਕਰਕੇ ਸੱਚ ਨੂੰ ਸੱਚਾ ਅਤੇ ਝੂਠ ਨੂੰ ਝੂਠਾ ਕਹਿ ਕੇ ਸਮਝਾਇਆ, ਉਹਨਾਂ ਸਾਬਤ ਕਰ ਦਿੱਤਾ। ਜਦੋਂ ਉੱਥੇ ਹੋਰ ਵੀ ਵਕੀਲ ਬੈਠੇ ਹੈ, ਜੱਜ ਬੈਠਾ ਹੈ ਨਿਆਂ ਕਰਨ ਵਾਲਾ, ਸੱਚ ਅਤੇ ਝੂਠ ਨੇ ਆਪੋ ਆਪਣੀ ਦਲੀਲ ਦਿੱਤੀ, ਬਿਆਨ ਦਰਜ ਕਰਵਾਏ ਲਿਖਾਏ, ਅਤੇ ਅਖੀਰ ਪੰਚਾਂ ਵਿੱਚ ਦੋ ਕਰ ਸਮਝਾਇਆ। ਸੋ ਜਿਹੜੇ ਪੰਚ ਜਨ ਸਨ ਉਹਨਾਂ ਵਕੀਲਗੀ ਕਰਕੇ ਕੂੜ ਅਤੇ ਸੱਚ ਨੂੰ ਦੱਸ ਦਿੱਤਾ, ਸੱਚ ਨੂੰ ਸੱਚਾ ਸਾਬਤ ਅਤੇ ਝੂਠ ਨੂੰ ਝੂਠਾ ਸਾਬਤ ਕੀਤਾ। ਸੱਚ ਜਿੱਤਾ ਕੂੜ ਹਾਰਿਆ, ਕੂੜ ਕੂੜਾ ਕਰ ਸ਼ਹਿਰ ਫਿਰਾਇਆ। ਸੱਚ ਜਿੱਤ ਗਿਆ, ਝੂਠ ਹਾਰ ਗਿਆ ਸਭਾ ਦੇ ਵਿੱਚ। ਸੱਚਾ ਬੰਦਾ ਉਹਦੀ ਜਿੱਤ ਹੋਈ ਅਤੇ ਝੂਠੇ ਦੀ ਹਾਰ ਹੋਈ। ਕੂੜ ਕੂੜਾ ਕਰ, ਝੂਠੇ ਨੂੰ ਝੂਠਾ ਕਰਕੇ ਸਾਰੇ ਸ਼ਹਿਰ ਦੇ ਵਿੱਚ ਉਹਨੂੰ ਫੇਰਿਆ ਗਿਆ, ਨਸ਼ਰ ਕੀਤਾ ਗਿਆ, ਔਰ ਇਹ ਡੌਂਡੀ ਪਿਟਵਾਈ ਗਈ ਵੀ ਇਹ ਬੰਦਾ ਝੂਠਾ ਹੈ, ਇਸ ਬੰਦੇ ਦੇ ਨਾਲ ਕੋਈ ਲੈਣ ਦੇਣ ਨਾ ਕਰੇ। ਇਹ ਹਾਲ ਹੋਇਆ ਕੂੜੇ ਬੰਦੇ ਦਾ, ਝੂਠੇ ਬੰਦੇ ਦਾ। ਸਚਿਆਰੈ ਸਾਬਾਸ ਹੈ, ਕੂੜਿਆਰੈ ਫਿੱਟ ਫਿੱਟ ਕਰਾਇਆ। ਸਚਿਆਰ ਪੁਰਸ਼ ਜਿਹੜਾ, ਉਹਨੂੰ ਸਾਰਿਆਂ ਪਾਸਿਆਂ ਤੋਂ ਸ਼ਾਬਾਸ਼ ਮਿਲੀ, ਸੱਚੇ ਬੰਦੇ ਨੂੰ, ਸੱਚ ਨੂੰ ਸ਼ਾਬਾਸ਼ ਮਿਲੀ ਵੀ ਇਹ ਬੰਦਾ ਸੱਚਾ ਹੈ, ਇਹਦੀਆਂ ਗੱਲਾਂ ਸਾਰੀਆਂ ਸੱਚੀਆਂ, ਸਾਰੀਆਂ ਗੱਲਾਂ ਇਸਨੇ ਸੱਚ ਕਹੀਆਂ ਨੇ। ਅਤੇ ਝੂਠ ਕੂੜਿਆਰ ਹੀ ਰਿਹਾ, ਉਹ ਝੂਠ ਬੋਲਦਾ ਰਿਹਾ। ਸੱਚ ਨੂੰ ਸ਼ਾਬਾਸ਼ ਮਿਲੀ ਅਤੇ ਕੂੜਿਆਰੇ ਝੂਠੇ ਬੰਦੇ ਨੂੰ ਸਾਰਿਆਂ ਨੇ ਫਿੱਟ ਫਿੱਟ ਕਿਹਾ, ਸਾਰਿਆਂ ਨੇ ਉਸ ਨੂੰ ਲਾਹਨਤਾਂ ਪਾਈਆਂ, ਸਾਰੇ ਹੀ ਉਸ ਨੂੰ ਫਿਟਕਾਰ ਪਾਉਂਦੇ ਰਹੇ। ਸੱਚ ਲਹਿਣਾ ਕੂੜ ਦੇਵਣਾ, ਖਤ ਸਤਾਗਲ ਲਿਖ ਦੇਵਾਇਆ। ਸੱਚ ਲੈਣੇਦਾਰ ਅਤੇ ਝੂਠ ਦੇਣਦਾਰ ਬਣਿਆ। ਸੱਚ ਜਿਹੜਾ ਸੀ ਉਹ ਲੈਣ ਵਾਲਾ ਅਤੇ ਝੂਠ ਜਿਹੜਾ ਉਹ ਦੇਣਦਾਰ ਬਣਿਆ। ਖਤ ਸਤਾਗਲ ਲਿਖ ਦੇਵਾਇਆ। ਸਤਾਗਲ ਦਾ ਭਾਵ 7 ਗਵਾਹੀਆਂ ਪਾ ਕੇ, 7 ਬੰਦਿਆਂ ਦੀਆਂ ਗਵਾਹੀਆਂ ਪਾ ਕੇ, ਖਤ ਲਿਖ ਕੇ, ਕਾਗਜ਼ ਦੇ ਉੱਤੇ ਲਿਖ ਕੇ 7 ਬੰਦਿਆਂ ਦੀ ਗਵਾਹੀ ਪਾਈ। 7 ਨੇ ਉੱਥੇ ਅੰਗੂਠੇ ਲਾਏ ਜਾਂ ਉਹਨਾਂ ਨੇ ਆਪਣੇ ਦਸਤਖਤ ਕੀਤੇ ਅਤੇ ਝੂਠੇ ਕੋਲੋਂ ਇੱਕ ਲਿਖਤ ਲਿਖਵਾ ਕੇ ਸੱਚ ਨੂੰ ਦਿੱਤੀ ਵੀ ਲੈ ਤੂੰ ਜਿੱਤ ਗਿਆ ਹੈ, ਆਹ ਸਬੂਤ ਹੈ। ਇੱਕ ਬੰਦਾ ਨਹੀਂ, 7 ਬੰਦਿਆਂ ਦੀ ਗਵਾਹੀ ਪਾ ਕੇ ਉਹ ਜਿਹੜਾ ਝੂਠਾ ਬੰਦਾ ਸੀ ਉਹ ਤੋਂ ਲਿਖਵਾਇਆ ਵੀ ਲਿਖ ਵੀ ਤੂੰ ਝੂਠ ਹੈ। ਉਹਨੇ ਫਿਰ ਲਿਖਿਆ ਵੀ ਹਾਂ ਮੈਂ ਝੂਠਾ ਸੀ, ਝੂਠ ਬਿਆਨਬਾਜ਼ੀ ਕੀਤੀ, ਝੂਠੀਆਂ ਤੋਹਮਤਾਂ ਇਸ ਬੰਦੇ 'ਤੇ ਲਾਈਆਂ, ਅਤੇ ਫਿਰ 7 ਨੇ ਗਵਾਹੀ ਪਾਈ ਅਤੇ ਉਹ ਸੱਚ ਨੂੰ ਦਿੱਤੀ। ਉਹ ਖਤ, ਉਹ ਕਾਗਜ਼ ਸੱਚੇ ਬੰਦੇ ਨੂੰ ਦਿੱਤਾ। ਇਸ ਤਰ੍ਹਾਂ ਸੱਚ ਦੀ ਜਿੱਤ ਹੋ ਗਈ, ਸੱਚੇ ਬੰਦੇ ਦੀ ਜਿੱਤ ਹੋਈ। ਅਤੇ ਉਹਨੇ ਉਹ ਜਿਹੜੀ ਗਵਾਹੀ ਲਿਖੀ ਸੀ, ਜਿਸ ਕਾਗਜ਼ 'ਤੇ 7 ਦੇ ਦਸਤਖਤ ਸਨ, ਉਹ ਸਾਂਭ ਕੇ ਰੱਖ ਲਿਆ ਵੀ ਝੂਠੇ ਬੰਦੇ ਦਾ ਕੀ ਹੈ, ਕੱਲ੍ਹ ਨੂੰ ਫੇਰ ਕਵੇ। ਸਬੂਤ ਰੱਖ ਲਿਆ ਉਸਨੇ। ਆਪ ਠਗਾਏ ਨਾ ਠੱਗੀਐ, ਠੱਗਣ ਹਾਰੈ ਆਪ ਠਗਾਇਆ। ਜਿਹੜਾ ਪੁਰਸ਼ ਆਪਣੇ ਆਪ ਨੂੰ ਠਗਾਉਂਦਾ ਉਹ ਠੱਗਿਆ ਨਹੀਂ ਜਾਂਦਾ। ਉਹ ਸੱਚੇ ਨੂੰ ਪਤਾ ਹੁੰਦਾ ਵੀ ਇਹ ਝੂਠਾ ਬੰਦਾ ਮੇਰੇ ਨਾਲ ਝੂਠ ਬੋਲ ਰਿਹਾ, ਧੋਖਾ ਕਰ ਲਿਆ, ਪਤਾ ਹੁੰਦਾ ਉਹਨੂੰ, ਚੱਲ ਬੋਲ ਲੈਣ ਦੇ, ਕਿੰਨਾ ਕੁ ਚਿਰ ਝੂਠ ਬੋਲੇਗਾ। ਪਰ ਅਸਲ ਦੇ ਵਿੱਚ ਠੱਗਣ ਹਾਰੇ ਆਪ ਠਗਾਇਆ। ਜਿਹੜਾ ਠੱਗਣ ਵਾਲਾ ਬੰਦਾ ਨਾ ਝੂਠਾ, ਉਹ ਆਪਣੇ ਆਪ ਨੂੰ ਠਗਾ ਲੈਂਦਾ ਹੈ। ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਜੀਵਨ ਦਾ ਪੱਧਰ ਜਿਹੜਾ ਨਾ ਨੀਵਾਂ ਲਿਜਾ ਰਿਹਾ। ਪਤਾ ਹੈ ਉਸ ਬੰਦੇ ਨੂੰ, ਸਾਹਮਣੇ ਵਾਲੇ ਨੂੰ, ਪਰ ਫਿਰ ਵੀ ਮੈਂ ਉਸ ਤੋਂ ਲੁਕਾ ਰੱਖ ਰਿਹਾ। ਅਤੇ ਉਹ ਬੰਦਾ ਜਿਹੜਾ ਸੱਚਾ ਸਾਹਮਣੇ ਵਾਲਾ, ਉਹ ਜਾਣ ਬੁੱਝ ਕੇ ਕਹਿੰਦਾ ਠੀਕ ਹੈ, ਪਤਾ ਤਾਂ ਹੁੰਦਾ ਵੀ ਇਹ ਝੂਠ ਬੋਲਦਾ ਹੈ। ਉਹ ਜਿਹੜਾ ਆਪਣੇ ਆਪ ਨੂੰ ਠਗਾਉਂਦਾ, ਅਸਲ ਵਿੱਚ ਉਹ ਠੱਗਿਆ ਨਹੀਂ ਜਾਂਦਾ। ਠੱਗਿਆ ਉਹ ਜਾ ਰਿਹਾ ਹੈ ਜਿਹੜਾ ਠੱਗ ਰਿਹਾ ਹੈ, ਯਤਨ ਕਰ ਰਿਹਾ ਹੈ। ਉਹ ਆਪਣੇ ਆਪ ਨੂੰ ਹੀ ਠੱਗ ਰਿਹਾ, ਆਪਣਾ ਜੀਵਨ ਬਰਬਾਦ ਕਰ ਰਿਹਾ ਹੈ। ਵਿਰਲਾ ਸੱਚ ਵਿਹਾਜਣ ਆਇਆ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ,
ਕੋਈ ਵਿਰਲਾ ਹੀ ਬੰਦਾ ਹੈ ਜਿਹੜਾ ਦੁਨੀਆ 'ਤੇ ਸੱਚ ਨੂੰ ਵਿਹਾਜਣ ਆਇਆ ਹੈ, ਜਿਹੜਾ ਸੱਚ ਖਰੀਦਣ ਵਾਸਤੇ ਆਇਆ ਹੈ। ਨਹੀਂ ਤਾਂ ਲੋਕ ਝੂਠ ਖਰੀਦਣ ਵਾਸਤੇ ਭੱਜ ਭੱਜ ਦੌੜ ਦੌੜ ਜਾਂਦੇ ਹੈ। ਸੱਚ ਦੇ ਵਪਾਰੀ ਵਿਰਲੇ ਹੀ ਹੁੰਦੇ ਹੈ, ਸੱਚ ਨੂੰ ਖਰੀਦਣ ਵਾਲੇ ਵਿਰਲੇ ਹੁੰਦੇ ਹੈ। ਝੂਠ ਦਾ ਵਪਾਰ ਬਹੁਤਾ ਹੁੰਦਾ ਹੈ, ਝੂਠਿਆਂ ਦਾ ਬੋਲਬਾਲਾ ਬਹੁਤ ਹੁੰਦਾ ਹੈ। ਤਾਂ ਹੀ ਸਤਿਗੁਰੂ ਜੀ ਨੇ ਭਾਈ ਲਾਲੋ ਨੂੰ ਕਿਹਾ ਸੀ ਨਾ, ਗੁਰੂ ਨਾਨਕ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਕਿਹਾ ਸੀ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਭਾਈ ਲਾਲੋ, ਇੱਥੇ ਦੁਨੀਆ ਵਿੱਚ ਝੂਠ ਪ੍ਰਧਾਨ ਬਣਿਆ ਫਿਰਦਾ ਹੈ, ਮੁਖੀ ਬਣਿਆ ਫਿਰਦਾ ਹੈ। ਝੂਠੇ ਲੋਕ ਆਗੂ ਬਣ ਕੇ ਆਪਣੇ ਆਪ ਨੂੰ ਕਹਿੰਦੇ ਅਸੀਂ ਸੱਚੇ ਹਾਂ। ਸੋ ਕੂੜ ਦਾ ਬੋਲਬਾਲਾ ਹੈ, ਵਿਰਲੇ ਨੇ ਜਿਹੜੇ ਸੱਚ ਨੂੰ ਖਰੀਦਦੇ ਹੈ। ਅਗਲੀ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹੈ, ਕੂੜ ਸੁੱਤਾ ਸੱਚ ਜਾਗਦਾ, ਸੱਚ ਸਾਹਿਬ ਦੇ ਮਨ ਭਾਇਆ। ਕੂੜ ਹੈ ਜਿਹੜਾ ਝੂਠ, ਉਹ ਸੁੱਤਾ ਹੀ ਰਹਿੰਦਾ ਹੈ, ਸੱਚ ਸਦਾ ਹੀ ਜਾਗਦਾ ਹੈ, ਸਾਵਧਾਨ ਰਹਿੰਦਾ ਹੈ। ਝੂਠਾ ਪੁਰਸ਼ ਸੁੱਤਾ ਹੀ ਰਹਿੰਦਾ, ਉਹ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਹੈ, ਅਤੇ ਸੱਚਾ ਉਹ ਗਿਆਨ ਜਾਗਰਤ ਅਵਸਥਾ ਵਿੱਚ ਸਦਾ ਹੀ ਜਾਗਦਾ ਹੈ। ਸੱਚ ਸਾਹਿਬ ਦੇ ਮਨ ਭਾਇਆ, ਸੱਚ ਜਿਹੜਾ ਹੈ ਉਹ ਮਾਲਕ ਦੇ ਮਨ ਨੂੰ ਬੜਾ ਚੰਗਾ ਲੱਗਦਾ ਹੈ। ਸੱਚ ਸੱਚੈ ਕਰ ਪਾਹਰੂ, ਸੱਚ ਭੰਡਾਰ ਉੱਤੇ ਬਹਿ ਲਾਇਆ। ਸੱਚੇ ਪਰਮੇਸ਼ਰ ਨੇ ਸੱਚ ਨੂੰ ਪਹਿਰੇਦਾਰ ਬਣਾ ਕੇ ਸੱਚ ਭੰਡਾਰ ਉੱਤੇ ਬਹਿਲਾਇਆ ਅਤੇ ਸੱਚ ਦੇ ਖਜ਼ਾਨੇ ਦੇ ਉੱਤੇ ਬਿਠਾਇਆ ਹੈ। ਸੱਚੇ ਪਰਮੇਸ਼ਰ ਨੇ ਸੱਚ ਨੂੰ ਪਹਿਰੇਦਾਰ ਬਣਾ ਦਿੱਤਾ, ਅਤੇ ਪਹਿਰੇਦਾਰ ਦਾ ਕੰਮ ਹੁੰਦਾ ਰਾਖੀ ਕਰਨੀ, ਅਤੇ ਸੱਚ ਦੇ ਖਜ਼ਾਨੇ ਦੇ ਉੱਤੇ ਬਿਠਾ ਦਿੱਤਾ। ਗੁਰਮੁਖ ਜਿਹੜਾ ਸੱਚਾ ਨਾ, ਅਤੇ ਉਹਨੂੰ ਕਿਹਾ ਫਿਰ ਵਰਤਾਈ ਚੱਲ ਇਸ ਸੱਚੇ ਨਾਮ ਦੇ ਭੰਡਾਰੇ ਦੇ ਖਜ਼ਾਨੇ। ਅਤੇ ਗੁਰਮੁਖ ਜਪਦਾ ਅਤੇ ਹੋਰਾਂ ਨੂੰ ਜਪਾਈ ਜਾਂਦਾ ਹੈ। ਸੱਚ ਆਗੂ ਆਨੇਰ ਕੂੜ, ਉੱਜੜ ਦੂਜਾ ਭਾਉ ਚਲਾਇਆ। ਸੱਚ ਕੀ ਹੈ? ਆਗੂ ਹੈ, ਅਗਵਾਈ ਕਰਨ ਵਾਲਾ ਹੈ ਸੱਚ। ਝੂਠ ਕਦੇ ਅਗਵਾਈ ਨਹੀਂ ਕਰ ਸਕਦਾ, ਅਤੇ ਜੇ ਉਹ ਥੋੜ੍ਹੇ ਸਮੇਂ ਲਈ ਕਰਦਾ ਵੀ ਹੈ, ਆਪ ਵੀ ਡੁੱਬਦਾ ਅਤੇ ਲੋਕਾਂ ਨੂੰ ਵੀ ਡੋਬ ਦਿੰਦਾ ਹੈ, ਕਿਉਂਕਿ ਝੂਠ ਉਹਨੇ ਮੰਜ਼ਿਲ 'ਤੇ ਪਹੁੰਚਣਾ ਹੀ ਨਹੀਂ ਹੈ। ਸੱਚ ਆਗੂ ਹੈ, ਆਨੇਰ ਕੂੜ, ਅਤੇ ਜਿਹੜਾ ਝੂਠ ਹੈ ਉਹ ਹਨੇਰਾ ਹੈ, ਜਿਹਦੇ ਵਿੱਚ ਠੋਕਰਾਂ ਹੀ ਪੈਂਦੀਆਂ ਨੇ, ਦਿਸਦਾ ਕੁਛ ਨਹੀਂ। ਉੱਜੜ ਦੂਜਾ ਭਾਉ ਚਲਾਇਆ, ਅਤੇ ਝੂਠ ਜਿਹੜਾ ਹੈ ਨਾ, ਇਸ ਨੇ ਦੂਜੇ ਭਾਵ ਦੀ ਉਜਾੜ ਦੇ ਵਿੱਚ ਲੋਕਾਂ ਨੂੰ ਪਾਇਆ ਹੈ। ਲੋਕਾਂ ਦੇ ਅੰਦਰ ਦੁਐਤ ਹੈ, ਈਰਖਾ ਹੈ, ਝੂਠ ਕਰਕੇ ਇਹਦੇ ਵਿੱਚ ਫਸੇ ਹੋਏ ਨੇ। ਸੋ ਦੂਜੇ ਭਾਵ ਦੇ ਉੱਜੜ ਮਾਰਗ ਦੇ ਉੱਤੇ ਕੂੜ ਨੇ, ਝੂਠ ਨੇ ਲੋਕਾਂ ਨੂੰ ਚਲਾਇਆ ਹੋਇਆ ਹੈ। ਸੱਚ ਸੱਚੇ ਕਰ ਫੌਜਦਾਰ, ਰਾਹੋ ਚਲਾਵਣ ਜੋਗ ਪਠਾਇਆ। ਸੱਚੇ ਅਕਾਲ ਪੁਰਖ ਨੇ ਸੱਚ ਨੂੰ ਫੌਜਦਾਰ ਬਣਾ ਕੇ ਰਾਹੋ ਚਲਾਵਣ ਜੋਗ ਪਠਾਇਆ, ਅਤੇ ਲੋਕਾਂ ਨੂੰ ਸਹੀ ਰਸਤੇ 'ਤੇ ਚਲਾਉਣ ਦੇ ਲਾਇਕ ਬਣਾ ਕੇ ਭੇਜਿਆ ਹੈ। ਸੱਚ ਕੀ ਹੈ? ਫੌਜਦਾਰ, ਇੱਕ ਜ਼ਿੰਮੇਵਾਰ ਅਧਿਕਾਰੀ। ਸੱਚ ਨੂੰ ਫੌਜਦਾਰ ਬਣਾਇਆ ਕਿਹਨੇ? ਪਰਮੇਸ਼ਰ ਨੇ, ਸੱਚੇ ਨੇ, ਅਤੇ ਯੋਗ ਬਣਾ ਕੇ, ਲਾਇਕ ਬਣਾ ਕੇ ਲੋਕਾਂ ਨੂੰ ਸਹੀ ਰਸਤੇ ਤੇ ਤੋਰਨ ਵਾਲਾ ਭੇਜਿਆ। ਵੀ ਸੱਚ ਜਿਹੜਾ ਉਹ ਸਹੀ ਰਸਤੇ 'ਤੇ ਤੋਰਦਾ ਹੈ। ਜਗ ਭਵ ਜਲ ਮਿਲ ਸਾਧ ਸੰਗ, ਗੁਰ ਬੋਹਿਥੈ ਚਾੜ ਤਰਾਇਆ। ਜਗ ਭਵ ਜਲ ਮਿਲ ਸਾਧ ਸੰਗ, ਅਤੇ ਗੁਰੂ ਨੇ ਕੀ ਕੀਤਾ ਹੈ? ਸੱਚ ਸਵਰੂਪ ਸੱਚੇ ਗੁਰੂ ਨੇ ਜਿਹੜੀ ਸਾਧ ਸੰਗਤ ਹੈ, ਇਹ ਜਹਾਜ਼ ਹੈ। ਸਾਧ ਸੰਗਤ ਰੂਪੀ ਜਹਾਜ਼ 'ਤੇ ਜੀਵਾਂ ਨੂੰ ਚਾੜ ਕੇ ਸੰਸਾਰ ਤੋਂ ਪਾਰ ਕਰ ਦਿੱਤਾ ਹੈ। ਭਾਈ ਗੁਰਦਾਸ ਸਾਹਿਬ ਦਾ ਹੀ ਬਚਨ ਪੜ੍ਹਦੇ ਹਾਂ, ਗੁਰ ਨਾਨਕ ਜਗ ਮਾਹੇ ਪਠਾਇਆ। ਸੱਚੇ ਨੇ ਭੇਜਿਆ ਆਪ ਹੀ ਆਪਣੇ ਸਰਗੁਣ ਸਰੂਪ ਨੂੰ, ਅਤੇ ਗੁਰੂ ਸਾਹਿਬ ਨੇ ਸਾਧ ਸੰਗਤ ਰੂਪੀ ਜਹਾਜ਼ 'ਤੇ ਚਾੜ ਕੇ ਲੋਕਾਂ ਨੂੰ ਸੰਸਾਰ ਭੌਜਲ ਤੋਂ ਪਾਰ ਕਰ ਦਿੱਤਾ।
ਕਾਮ ਕ੍ਰੋਧ ਲੋਭ ਮੋਹ ਫੜ ਅਹੰਕਾਰ ਗਰਦਨ ਮਰਵਾਇਆ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਵੈਰੀਆਂ ਨੂੰ ਫੜ ਅਹੰਕਾਰ ਗਰਦਨ ਮਰਵਾਇਆ। ਇਹਨਾਂ ਸਾਰਿਆਂ ਨੂੰ ਨਾ ਗਰਦਨ ਧੌਣੋਂ ਫੜ ਕੇ ਮਰਵਾ ਦਿੱਤਾ ਗੁਰੂ ਨੇ। ਵਿਕਾਰ ਫਿਰ ਇਹ ਵੈਰੀ ਜਿਹੜੇ ਸੀ ਨਾ, ਜਿਹੜੇ ਮਹਾਰਾਜ ਦੀ ਸ਼ਰਨ ਪਏ, ਉਹਨਾਂ ਦੇ ਨੇੜੇ ਨਹੀਂ ਆਏ, ਸਾਰਿਆਂ ਨੂੰ ਧੌਣੋਂ ਫੜ ਕੇ ਮਰਵਾ ਦਿੱਤਾ। ਪਾਰ ਪਏ ਗੁਰ ਪੂਰਾ ਪਾਇਆ, ਜਿਨ੍ਹਾਂ ਜੀਵਾਂ ਨੇ ਪੂਰੇ ਗੁਰੂ ਨਾਨਕ ਸਾਹਿਬ ਨੂੰ ਪਾ ਲਿਆ, ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਨ ਸ਼ਰਨ ਦੇ ਵਿੱਚ ਆ ਗਏ, ਉਹ ਸੰਸਾਰ ਭੌਜਲ ਤੋਂ ਪਾਰ ਹੋ ਗਏ। ਜੰਮਣ ਮਰਨ ਦੇ ਉਹਨਾਂ ਦੇ ਬੰਧਨ ਕੱਟੇ ਗਏ, ਉਹਨਾਂ ਦਾ ਛੁਟਕਾਰਾ ਹੋ ਗਿਆ, ਕਿਉਂਕਿ ਸੱਚ ਦੇ ਲੜ ਲੱਗ ਗਏ। ਗੁਰੂ ਨੇ ਸੱਚੇ ਪਰਮੇਸ਼ਰ ਦੇ ਲੜ ਲਾਇਆ, ਸੱਚੇ ਨਾਮ ਦੀ ਦਾਤ ਝੋਲੀ ਵਿੱਚ ਪਾਈ ਅਤੇ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਉਹ ਸੰਸਾਰ ਤੋਂ ਤਰੇ ਹੈ। ਅਗਲੀ 14ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹੈ ਕਿ ਜਿਹੜੇ ਗੁਰੂ ਕੇ ਸਿੱਖ ਨੇ ਨਾ, ਉਹ ਸੂਰਮੇ ਨੇ, ਬਹਾਦਰ ਹਨ। ਕਿਹੋ ਜਿਹੇ ਬਹਾਦਰ ਨੇ, ਉਹਦਾ ਜ਼ਿਕਰ ਕਰ ਰਹੇ ਹੈ। ਲੂਣ ਸਾਹਿਬ ਦਾ ਖਾਏ ਕੈ, ਰਣ ਅੰਦਰ ਲੜ ਮਰੈ ਸੋ ਜਾਪੈ। ਜਿਹੜਾ ਸੂਰਮਾ ਮਾਲਕ ਦਾ ਲੂਣ ਖਾ ਕੇ ਜੰਗ ਦੇ ਮੈਦਾਨ ਵਿੱਚ ਲੜ ਮਰਦਾ ਹੈ, ਉਹ ਨਿਮਕ ਹਲਾਲ ਗਿਣਿਆ ਜਾਂਦਾ ਹੈ ਕਿ ਇਸ ਬੰਦੇ ਨੇ ਨਮਕ ਖਾਧਾ ਹੋਇਆ ਹਲਾਲ ਕੀਤਾ, ਸਫਲਾ ਕੀਤਾ ਹੈ। ਬਹਾਦਰ ਜਿਹੜਾ ਨਾ, ਹੁਣ ਜਿਹਦੀ ਨੌਕਰੀ ਕਰਦਾ ਹੈ, ਲੂਣ ਖਾਂਦਾ ਹੈ, ਅਤੇ ਉਹ ਫਿਰ ਜਦੋਂ ਜੰਗ ਦਾ ਵੇਲਾ ਆਉਂਦਾ ਪਿੱਠ ਨਹੀਂ ਦਿਖਾਉਂਦਾ, ਜੰਗ ਦੇ ਮੈਦਾਨ ਵਿੱਚ ਵੈਰੀਆਂ ਦੇ ਆਹੂ ਲਾਉਂਦਾ ਹੈ ਅਤੇ ਜੰਗ ਦੇ ਮੈਦਾਨ ਵਿੱਚ ਆਪਣੇ ਪ੍ਰਾਣ ਤਿਆਗ ਦਿੰਦਾ ਹੈ, ਉਹ ਨਿਮਕ ਹਲਾਲ ਸੂਰਮਾ ਗਿਣਿਆ ਜਾਂਦਾ ਹੈ। ਸਿਰ ਵੱਢੈ ਹਥਿਆਰ ਕਰ, ਵਰਿਆਮਾ ਵਰਿਆਮ ਸਿੰਜਾਪੈ। ਉਹ ਦੁਸ਼ਮਣ ਦੇ ਸਿਰ ਨੂੰ ਸ਼ਸਤਰ ਦੇ ਨਾਲ ਵੱਢਦਾ ਹੈ, ਬਹਾਦਰਾਂ ਵਿੱਚੋਂ ਉਹ ਵੱਡਾ ਬਹਾਦਰ ਗਿਣਿਆ ਜਾਂਦਾ ਹੈ। ਤਿਸ ਪਿੱਛੇ ਜੋ ਇਸਤਰੀ, ਥਪ ਥੇਈ ਦੇ ਵਰੈ ਸਰਾਪੈ। ਅਤੇ ਉਹਦੇ ਮਰਨ ਤੋਂ ਪਿੱਛੋਂ ਜਿਹੜੀ ਉਹਦੀ ਇਸਤਰੀ ਹੈ, ਘਰ ਵਾਲੀ, ਉਹ ਸਤੀ ਹੋ ਜਾਂਦੀ ਹੈ। ਥਪ ਥੇਈ ਦੇ ਵਰੈ ਸਰਾਪੈ, ਅਤੇ ਥੇਈ ਥੱਪਣਾ ਇੱਕ ਰੀਤ ਹੁੰਦੀ ਸੀ। ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਇਹ ਜਿਹੜੀ ਪੌੜੀ ਹੈ ਨਾ, ਇਹਦੇ ਵਿੱਚ ਸਤੀ ਹੋਣਾ ਅਤੇ ਇੱਥੇ ਜੰਗ ਦੇ ਮੈਦਾਨ ਵਿੱਚ ਲੜ ਕੇ ਮਰ ਜਾਣਾ, ਇਹ ਦ੍ਰਿਸ਼ਟਾਂਤ ਦਿੱਤਾ ਹੈ ਭਾਈ ਗੁਰਦਾਸ ਸਾਹਿਬ ਨੇ। ਅਤੇ ਸਿਧਾਂਤ ਅਗਲੀਆਂ ਤੁਕਾਂ ਦੇ ਵਿੱਚ ਦੱਸਣਗੇ ਵੀ ਸਿਧਾਂਤ ਕੀ ਹੈ। ਦ੍ਰਿਸ਼ਟਾਂਤ ਜਿਹੜਾ ਹੁੰਦਾ, ਉਹਨੂੰ ਸਿਧਾਂਤ ਦੇ ਵਿੱਚ ਨਹੀਂ ਲੈਣਾ ਚਾਹੀਦਾ। ਇੱਕ ਅੰਗੀ ਹੁੰਦਾ, ਸਿਰਫ ਗੱਲ ਸਮਝਾਉਣ ਵਾਸਤੇ ਦ੍ਰਿਸ਼ਟਾਂਤ ਹੁੰਦਾ ਹੈ। ਸੋ ਜਦੋਂ ਉਹ ਸੂਰਮਾ ਜੰਗ ਦੇ ਮੈਦਾਨ ਵਿੱਚ ਪ੍ਰਾਣ ਤਿਆਗ ਦਿੰਦਾ ਹੈ, ਉਹਦੇ ਮਰਨ ਤੋਂ ਪਿੱਛੋਂ ਜਿਹੜੀ ਉਹਦੀ ਇਸਤਰੀ ਹੈ, ਘਰ ਵਾਲੀ, ਉਹ ਸਤੀ ਹੋ ਜਾਂਦੀ ਹੈ। ਥਪ ਥੇਈ ਦੇ ਵਰੈ ਸਰਾਪੈ, ਅਤੇ ਫਿਰ ਉਹਦੀ ਜਿਹੜੀ ਕੁੱਲ ਹੁੰਦੀ ਹੈ, ਉਹਦੀ ਔਲਾਦ, ਉਹ ਥਪ ਥੇਈ ਇੱਕ ਰੀਤ ਕਰਦੇ ਹੈ ਸਤੀ ਹੋਣ ਤੋਂ ਪਿੱਛੋਂ। ਉਹ ਦੁੱਧ ਦੇ ਵਿੱਚ ਚੌਲ ਪਾ ਕੇ ਬਣਾਉਂਦੇ ਹੈ, ਖੀਰ ਇਤਿਆਦਿਕ ਹੋਰ ਕੁਝ ਭੋਜਨ ਤਿਆਰ ਕਰਦੇ ਹੈ, ਅਤੇ ਉਸ ਸਤੀ ਹੋਈ ਇਸਤਰੀ ਨੂੰ ਭੇਟ ਕਰਕੇ ਅਤੇ ਫਿਰ ਉਹ ਆਪ ਖਾਂਦੇ ਹੈ। ਅਤੇ ਮਨ ਵਿੱਚ ਇਹ ਸਮਝਦੇ ਹੈ ਵੀ ਇਹ ਜਿਹੜੀ ਸਤੀ ਹੋਈ ਇਸਤਰੀ ਹੈ ਨਾ, ਇਹ ਵਰ ਅਤੇ ਸਰਾਪ ਦੇਣ ਵਾਲੀ ਹੈ, ਉਹ ਗਿਣਦੇ ਹੈ ਮਨ ਵਿੱਚ। ਪੋਤੈ ਪੁੱਤ ਵਡੀਰੀ ਅਨ, ਪਰਵਾਰੈ ਸਾਧਾਰ ਪ੍ਰਾਪੈ। ਉਸ ਸਤੀ ਦੇ ਜਿਹੜੇ ਪੁੱਤ ਪੋਤਰੇ ਹੁੰਦੇ ਹੈ, ਉਹਨਾਂ ਨੂੰ ਵਡਿਆਇਆ ਜਾਂਦਾ ਹੈ ਅਤੇ ਉਹਦੇ ਪਿੱਛੋਂ ਪਰਿਵਾਰ ਨੂੰ ਲਾਭ ਪ੍ਰਾਪਤ ਹੁੰਦਾ ਹੈ।
ਉਹਦੇ ਪੁੱਤ ਪੋਤਰਿਆਂ ਨੂੰ ਵਡਿਆਇਆ ਜਾਂਦਾ ਵੀ ਇਹਨਾਂ ਦਾ ਪਿਤਾ ਦਾਦਾ ਜੰਗ ਵਿੱਚ ਮਰਿਆ, ਇਹਨਾਂ ਦੀ ਮਾਂ ਇਹਨਾਂ ਦੀ ਦਾਦੀ ਸਤੀ ਹੋ ਗਈ, ਉਹ ਜੀ ਵਰ ਸਰਾਪ ਦੇਣ ਵਾਲੀ ਬਣੀ ਹੈ, ਥਪ ਥੇਈ ਦੀ ਰੀਤ ਕੀਤੀ। ਅਤੇ ਇਸ ਤਰ੍ਹਾਂ ਨਾ ਉਹਦੀ ਔਲਾਦ ਨੂੰ, ਸੰਤਾਨ ਨੂੰ ਵਡਿਆਇਆ ਜਾਂਦਾ ਅਤੇ ਉਹਨਾਂ ਨੂੰ ਲਾਭ ਪ੍ਰਾਪਤ ਹੁੰਦਾ, ਲੋਕ ਵੀ ਉਹਨਾਂ ਨੂੰ ਵਡਿਆਉਂਦੇ ਹੈ। ਵਖਤੈ ਉੱਪਰ ਲੜ ਮਰੈ, ਅੰਮ੍ਰਿਤ ਵੇਲੇ ਸ਼ਬਦ ਅਲਾਪੈ। ਹੁਣ ਭਾਈ ਗੁਰਦਾਸ ਸਾਹਿਬ ਜੀ ਉੱਤੇ ਦ੍ਰਿਸ਼ਟਾਂਤ ਦਿੱਤਾ, 4 ਤੁਕਾਂ ਦੇ ਵਿੱਚ ਉਹਨਾਂ ਨੇ ਦ੍ਰਿਸ਼ਟਾਂਤ ਦਿੱਤਾ। ਹੁਣ 5ਵੀਂ ਤੁਕ ਦੇ ਵਿੱਚ ਸਿਧਾਂਤ ਦੱਸਦੇ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਵੀ ਸਤੀ ਜਿਹੜੀ ਹੈ ਨਾ, ਉਹ ਇਹ ਨਹੀਂ ਵੀ ਪਤੀ ਮਰ ਗਿਆ, ਚਿਖਾ ਦੇ ਵਿੱਚ ਬਹਿ ਗਈ ਅਤੇ ਜਿਉਂਦਿਆਂ ਸੜ ਗਈ, ਉਹਨੂੰ ਸਤੀ ਨਹੀਂ ਕਿਹਾ ਜਾਂਦਾ। ਸਤੀ ਤਾਂ ਉਹ ਹੈ ਅਸਲ ਦੇ ਵਿੱਚ ਜਿਹੜੀ ਮਾਲਕ ਪਰਮੇਸ਼ਰ ਦੇ ਵਿਛੋੜੇ ਵਿੱਚ ਹੀ ਪ੍ਰਾਣਾਂ ਨੂੰ ਤਿਆਗ ਦੇਵੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਸਤੀ ਪ੍ਰਥਾ ਨੂੰ ਰੋਕਿਆ। ਅਕਬਰ ਵੇਲੇ ਇਹ ਸਤੀ ਪ੍ਰਥਾ ਪੂਰੇ ਜ਼ੋਰਾਂ 'ਤੇ ਸੀ, ਬਾਅਦ ਵਿੱਚ ਵੀ ਕਿਤੇ ਕਿਤੇ ਟਾਵੀਂ ਚੱਲਦੀ ਰਹੀ, ਪਰ ਮਹਾਰਾਜ ਗੁਰੂ ਅਮਰਦਾਸ ਨੇ ਇਸ ਨੂੰ ਰੋਕਿਆ ਸੀ ਵੀ ਇਹ ਗਲਤ ਹੈ। ਭਾਈ ਗੁਰਦਾਸ ਨੇ ਇਹ ਦ੍ਰਿਸ਼ਟਾਂਤ ਦਿੱਤਾ ਹੈ। ਲੋਕ ਜਿਹੜੇ ਸੀ ਨਾ ਉਦੋਂ, ਉਹ ਸਤੀ ਦੀ ਵਡਿਆਈ ਬੜੀ ਕਰਦੇ ਸੀ ਵੀ ਵੇਖੋ ਜੀ ਪਤੀ ਦੇ ਨਾਲ ਸਤੀ ਹੋ ਗਈ, ਉਹ ਮਜਬੂਰਨ ਉਹਨੂੰ ਸੜਨਾ ਪੈਂਦਾ ਸੀ ਨਾਲ। ਤੋ ਇਹ ਦ੍ਰਿਸ਼ਟਾਂਤ ਦਿੱਤਾ ਭਾਈ ਗੁਰਦਾਸ ਜੀ ਨੇ। ਹੁਣ ਦੱਸਦੇ ਆ ਵੀ ਗੁਰਸਿੱਖ ਕਿਹੋ ਜਿਹੇ ਸੂਰਮੇ ਨੇ ਅਤੇ ਗੁਰਸਿੱਖਾਂ ਦੇ ਵਿੱਚ ਸਤੀ ਪੁਣਾ ਕੀ ਹੈ। ਵਖਤੈ ਉੱਪਰ ਲੜ ਮਰੈ, ਅੰਮ੍ਰਿਤ ਵੇਲੇ ਸ਼ਬਦ ਅਲਾਪੈ। ਵਖਤੈ ਉੱਪਰ ਕਹਿੰਦੇ ਸਮੇਂ ਸਿਰ ਗੁਰੂ ਕੇ ਸਿੱਖ ਲੜ ਮਰਦੇ ਹੈ। ਉਹ ਕੀ ਹੈ? ਅੰਮ੍ਰਿਤ ਵੇਲੇ, ਵੀ ਅੰਮ੍ਰਿਤ ਵੇਲੇ ਉੱਠਦੇ ਹੈ, ਇਸ਼ਨਾਨ ਕਰਦੇ ਹੈ, ਸ਼ਬਦ ਅਲਾਪੈ, ਗੁਰੂ ਦਾ ਸ਼ਬਦ ਦਾ ਅਲਾਪ ਕਰਦੇ ਹੈ, ਗੁਰੂ ਦੇ ਸ਼ਬਦ ਨਾਲ ਜੁੜਦੇ ਹੈ, ਗੁਰੂ ਕਾ ਸ਼ਬਦ ਪੜ੍ਹਦੇ ਹੈ, ਵਿਚਾਰਦੇ ਹੈ। ਇਹ ਹੈ ਗੁਰੂ ਕਾ ਸਿੱਖ ਅਸਲੀ ਸੂਰਮਾ, ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵੈਰੀਆਂ ਨੂੰ ਮਾਰ ਦਿੰਦਾ ਹੈ, ਆਪਾ ਭਾਵ ਖਤਮ ਕਰ ਦਿੰਦਾ ਆਪਣੇ ਅੰਦਰੋਂ। ਇਹ ਹੈ ਗੁਰੂ ਕਾ ਸਿੱਖ ਸੂਰਮਾ ਬਹਾਦਰ। ਵਖਤੈ ਉੱਪਰ ਲੜ ਮਰੈ। ਸੋ ਸਮਾਂ ਜਿਹੜਾ ਨਾ ਮਹਾਰਾਜ ਨੇ ਬਾਣੀ ਵਿੱਚ ਜ਼ਿਕਰ ਕੀਤਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਸੱਚੇ ਪ੍ਰਮਾਤਮਾ ਦਾ ਨਾਮ ਜਪਣਾ, ਉਹਦੀਆਂ ਵਡਿਆਈਆਂ ਕਰਨੀਆਂ, ਵਿਚਾਰ ਕਰਨੀ। ਸਿੱਧਾ ਨੇ ਪੁੱਛਿਆ ਸੀ ਮਹਾਰਾਜ ਨੂੰ, ਗੁਰੂ ਨਾਨਕ ਸਾਹਿਬ ਨੂੰ, ਵੀ ਰੱਬ ਦੇ ਅੱਗੇ ਕੀ ਭੇਟਾ ਰੱਖੀ ਹੈ, ਰੱਬ ਖੁਸ਼ ਹੋ ਜਾਏ। ਫੇਰ ਕਿ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਵੀ ਉਹਦਾ ਦਰਬਾਰ ਦਿਸ ਪਵੇ, ਉੱਥੇ ਪਹੁੰਚ ਹੋ ਜਾਵੇ। ਸਤਿਗੁਰੂ ਨੇ ਬਚਨ ਕਿਹਾ, ਮੋਹੋ ਕਿ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਉਹਨਾਂ ਕਿਹਾ ਮੂੰਹੋਂ ਕਿਹੜੇ ਬੋਲ ਬੋਲੀਏ, ਰੱਬ ਸੁਣ ਕੇ ਪਿਆਰ ਕਰੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਸੱਚਾ ਨਾਮ ਜਪਣਾ, ਉਹਦੀਆਂ ਵਡਿਆਈਆਂ ਕਰਨੀਆਂ। ਇਹ ਹੈ ਭੇਟਾ ਰੱਬ ਅੱਗੇ ਰੱਖਣੀ, ਜਿਹਦੇ ਨਾਲ ਰੱਬ ਖੁਸ਼ ਹੋ ਜਾਂਦਾ ਹੈ। ਸੋ ਵਕਤ ਹੈ ਉੱਪਰ ਲੜ ਮਰੇ। ਇਹ ਵਕਤ ਹੁੰਦਾ, ਸਮਾਂ ਹੁੰਦਾ ਲੜ ਮਰਨ ਦਾ। ਇੱਕ ਅਖਾਣ ਕਹਾਵਤ ਹੈ, ਵੇਲੇ ਦੀ ਨਮਾਜ਼ ਅਤੇ ਕਵੇਲੇ ਦੀਆਂ ਟੱਕਰਾਂ। ਨਿਤਨੇਮ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕਾ ਸਿੱਖ ਕਰੇ, ਉਹ ਰਸ, ਉਹ ਇਕਾਗਰਤਾ ਬਣਦੀ ਹੈ ਜਿਹੜੀ ਹੋਰ ਸਾਰੇ ਦਿਨ ਵਿੱਚ ਨਹੀਂ ਬਣ ਸਕਦੀ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰ ਲਿਆ, ਗੁਰੂ ਚਰਨਾਂ 'ਚ ਅਰਦਾਸ ਕੀਤੀ, ਦਰਸ਼ਨ ਕੀਤੇ, ਸਾਰਾ ਦਿਨ ਗੁਰੂ ਚਰਨਾਂ ਦੇ ਨਾਲ ਜੁੜਿਆਂ ਲੰਘਦਾ ਹੈ। ਅਤੇ ਜੇ ਅੰਮ੍ਰਿਤ ਵੇਲੇ ਉੱਠੇ ਨਾ ਸਮੇਂ ਸਿਰ, ਇਸ਼ਨਾਨ ਨਾ ਕੀਤਾ, ਬਹੁਤ ਲੇਟ ਉੱਠੇ, ਅਤੇ ਫਿਰ ਨਿਤਨੇਮ ਬੜੀ ਕਾਹਲੀ ਛੇਤੀ ਕੀਤਾ, ਆਹ ਕੰਮ ਕਰਨਾ, ਉਹ ਕਰਨਾ। ਕਈ ਵਾਰਾਂ ਤਾਂ ਇਸ ਤਰ੍ਹਾਂ ਹੁੰਦਾ ਵੀ 8 ਵਜੇ ਜਪਜੀ ਸਾਹਿਬ ਪੜ੍ਹ ਲਿਆ, ਆਹ ਕਰ ਲਈਏ, 12 ਵਜੇ ਜਾਪ ਸਾਹਿਬ ਪੜ੍ਹ ਲਿਆ, 1:30-2 ਵਜੇ ਚੇਤਾ ਆ ਗਿਆ ਅਜੇ ਤਾਂ ਨਿਤਨੇਮ ਰਹਿੰਦਾ, ਸਵਈਏ ਪੜ੍ਹ ਲਈਏ, ਚੌਪਈ ਸਾਹਿਬ ਪੜ੍ਹ ਲਈਏ। ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਵੇਲਾ ਹੁੰਦਾ, ਉਦੋਂ ਆਨੰਦ ਸਾਹਿਬ ਪੜ੍ਹ ਰਹੇ ਹੁੰਦੇ। ਉਹ ਸਾਰਾ ਦਿਨ ਇਸੇ ਤਰ੍ਹਾਂ ਲੰਘ ਜਾਂਦਾ। ਤੋ ਅੰਮ੍ਰਿਤ ਵੇਲੇ ਉੱਠ ਕੇ ਵਕਤ ਹੈ ਉੱਪਰ ਲੜ ਮਰੇ, ਵੀ ਸਮੇਂ ਸਿਰ ਹੀ ਨਿਤਨੇਮ ਸ਼ੋਭਦਾ ਹੈ। ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ ਵੀ ਅੰਮ੍ਰਿਤ ਵੇਲਾ ਸਾਂਭਣਾ ਬਹੁਤ ਜ਼ਰੂਰੀ ਹੈ। ਸੋ ਵਕਤ ਹੈ ਉੱਪਰ ਲੜ ਮਰੇ, ਅੰਮ੍ਰਿਤ ਵੇਲੇ ਸ਼ਬਦ ਅਲਾਪੈ। ਅੰਮ੍ਰਿਤ ਵੇਲੇ ਸ਼ਬਦ ਦਾ ਅਲਾਪ ਕਰਦੇ ਆ ਗੁਰੂ ਕੇ ਸਿੱਖ।
ਝਖੜ ਝਾਗੀ ਮੀਂਹੋਂ ਵਰਸੈ ਭੀ ਗੁਰ ਦੇਖਣ ਜਾਈ। ਸਾਧ ਸੰਗਤ ਵਿੱਚ ਜਾਏ ਕੈ ਹਉਮੈ ਮਾਰ ਮਰੈ ਆਪ ਆਪੈ। ਸਾਧ ਸੰਗਤ ਵਿੱਚ ਜਾ ਕੇ ਗੁਰੂ ਕੇ ਸਿੱਖ ਹਉਮੈ ਨੂੰ ਮਾਰ ਕੇ ਮਰੈ ਆਪ ਆਪੈ, ਆਪਾ ਭਾਵ ਨੂੰ ਮਾਰ ਕੇ ਆਪ ਮਰਦੇ ਹੈ। ਇਹ ਹੈ ਗੁਰੂ ਕੇ ਸਿੱਖਾਂ ਦਾ ਸਤੀ ਹੋਣਾ। ਸਤੀ ਜਿਹੜੀ ਸੀ ਉਹਨੂੰ ਲੋਕ ਵਡਿਆਉਂਦੇ ਸੀ, ਜਿਉਂਦਿਆਂ ਸੜ ਜਾਂਦੀ ਸੀ। ਮਹਾਰਾਜ ਕਹਿੰਦੇ ਗੁਰੂ ਕੇ ਸਿੱਖ ਸਾਧ ਸੰਗਤ ਵਿੱਚ ਆ ਕੇ ਜਿਹੜੇ ਹਉਮੈ ਨੂੰ ਮਾਰਦੇ ਆ, ਹਉਮੈ ਨੂੰ ਸ਼ਬਦ ਦੀ ਪ੍ਰਚੰਡ ਅਗਨੀ ਦੇ ਨਾਲ ਹਉਮੈ ਨੂੰ ਸਾੜ ਦਿੰਦੇ ਹੈ। ਆਪਾ ਭਾਵ ਤੋਂ ਮਰ ਕੇ ਜਿਹੜੇ ਮਰਦੇ ਹੈ ਉਹ ਨੇ ਸਤੀ। ਅਸਲ ਦੇ ਵਿੱਚ ਗੁਰੂ ਕੇ ਸਿੱਖ ਉਹ ਫਿਰ ਸਦਾ ਹੀ ਗੁਰੂ ਵੱਲ ਜਿਉਂਦੇ ਰਹਿੰਦੇ ਹੈ। ਲੜ ਮਰਣਾ ਤੈ ਸਤੀ ਹੋਣ ਗੁਰਮੁਖ ਪੰਥ ਪੂਰਨ ਪ੍ਰਤਾਪੈ। ਲੜ ਕੇ ਮਰ ਜਾਣਾ ਤੇ ਸਤੀ ਹੋਣਾ। ਜਿਵੇਂ ਇਹਨਾਂ ਨੂੰ ਲੋਕ ਵਡਿਆਉਂਦੇ ਸੀ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ ਗੁਰੂ ਕਾ ਸਿੱਖ ਜਿਹੜਾ ਨਾ ਉਹ ਗੁਰਮੁਖ ਪੰਥ 'ਤੇ ਚੱਲਦਾ ਹੈ, ਜਿਹੜਾ ਪੂਰਨ ਪ੍ਰਤਾਪ ਵਾਲਾ ਹੈ। ਅੰਮ੍ਰਿਤ ਵੇਲੇ ਉੱਠਦਾ ਹੈ, ਬਾਣੀ ਪੜ੍ਹਦਾ, ਸ਼ਬਦ ਨਾਲ ਜੁੜਦਾ, ਨਿਤਨੇਮ ਖੁੰਝਣ ਨਹੀਂ ਦਿੰਦਾ, ਗੁਰੂ ਹੁਕਮਾਂ ਦੇ ਵਿੱਚ ਰਹਿੰਦਾ ਹੈ, ਸਮੇਂ ਸਿਰ ਨਿਤਨੇਮ ਕਰਦਾ ਹੈ। ਇਹ ਸਮੇਂ ਸਿਰ ਲੜ ਮਰਨ ਦੀ ਗੱਲ ਹੈ। ਗੁਰੂ ਕਾ ਸਿੱਖ ਗੁਰਮੁਖ ਮਾਰਗ ਜਿਹੜਾ ਪੂਰਨ ਪ੍ਰਤਾਪ ਵਾਲਾ ਇਹਦੇ 'ਤੇ ਚੱਲਦਾ ਹੈ। ਸੱਚ ਸਿਦਕ ਸੱਚ ਪੀਰ ਪਛਾਪੈ। ਸੱਚ ਸਿਦਕ ਜਿਸ ਵਿੱਚ ਪ੍ਰਭੂ 'ਤੇ ਸੱਚਾ ਸਿਦਕ ਹੈ, ਪਰਮੇਸ਼ਰ ਦੇ ਉੱਤੇ ਸੱਚਾ ਭਰੋਸਾ ਹੈ, ਅਤੇ ਉਹੀ ਸੱਚਾ ਪੀਰ ਪਛਾਣਿਆ ਜਾਂਦਾ ਹੈ, ਉਹੀ ਗੁਰੂ ਹੈ। ਕਿਉਂਕਿ ਗੁਰੂ ਨੇ ਸਾਨੂੰ ਸਾਰਿਆਂ ਨੂੰ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਿਆ ਹੈ। ਸੋ ਸੱਚਾ ਸਿਦਕ ਪਰਮੇਸ਼ਰ 'ਤੇ ਬਣਾਈਏ। ਗੁਰੂ ਦਾ ਸਿਦਕ ਪਰਮੇਸ਼ਰ 'ਤੇ ਰਿਹਾ ਹੈ ਔਰ ਗੁਰੂ ਕੇ ਸਿੱਖਾਂ ਦਾ ਸਿਦਕ ਸਦਾ ਹੀ ਅਕਾਲ ਪੁਰਖ ਪਰਮਾਤਮਾ 'ਤੇ ਰਿਹਾ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰੂ ਕੇ ਸਿੱਖ ਸੂਰਮੇ ਹੈ, ਵਿਕਾਰਾਂ ਨੂੰ ਮਾਰਿਆ ਹੈ। ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ। ਸਾਧ ਸੰਗਤ, ਅੱਜ ਦੀਨ ਦੁਨੀ ਦੇ ਮਾਲਕ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਲਗਭਗ 18 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਬਤੀਤ ਕੀਤੇ। ਇੱਥੇ ਗੁਰੂ ਬਾਬਾ ਜੀ ਨੇ ਹਲ ਵਾਹਿਆ, ਆਪ ਖੇਤੀ ਕੀਤੀ। ਮਹਾਰਾਜ ਨੇ ਗੁਰਸਿੱਖਾਂ ਨੂੰ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਧਰਮਸ਼ਾਲ ਵਿੱਚ ਸਤਿਗੁਰੂ ਬੈਠਦੇ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ। ਬੇਅੰਤ ਸਿੱਖ ਸੰਗਤਾਂ ਸਤਿਗੁਰੂ ਦੇ ਹਜ਼ੂਰ ਆ ਕੇ ਸੇਵਾ ਕਰਦੀਆਂ। ਇੱਥੇ ਹੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਭਾਈ ਲਹਿਣਾ ਜੀ ਗੁਰੂ ਸੇਵਾ ਵਿੱਚ ਹਾਜ਼ਰ ਹੋਏ। ਗੁਰੂ ਦਾ ਹਰ ਹੁਕਮ ਮੰਨਿਆ, ਹਰੇਕ ਪਰਖ ਵਿੱਚੋਂ ਪੂਰੇ ਉਤਰੇ। ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਬਣਾ ਕੇ ਗੁਰਤਾ ਗੱਦੀ ਬਖਸ਼ ਕੇ ਮਹਾਰਾਜ ਨੇ ਹੁਕਮ ਕੀਤਾ, ਪੁਰਖਾ ਖਡੂਰ ਚਲਿਆ ਜਾ। ਸਤਿਗੁਰੂ ਤੋਂ ਵਿਛੜਨ ਨੂੰ ਜੀ ਨਹੀਂ ਸੀ ਕਰਦਾ। ਮਹਾਰਾਜ ਨੇ ਬਚਨ ਕਿਹਾ ਕਿ ਹੁਣ ਗੁਰੂ ਜੋਤ ਮੈਂ ਤੁਹਾਡੇ ਹਿਰਦੇ ਵਿੱਚ ਸੁਸ਼ੋਭਿਤ ਕਰ ਦਿੱਤੀ ਹੈ, ਹੁਣ ਦੋ ਸਰੀਰ ਰੱਖਣ ਦਾ ਕੋਈ ਲਾਭ ਨਹੀਂ ਹੈ। ਰੱਬੀ ਹੁਕਮ ਉਹਦਾ ਸੱਦਾ ਆ ਗਿਆ ਹੈ ਅਤੇ ਅਸੀਂ ਇਹ ਸਰੀਰ ਤਿਆਗ ਜਾਣਾ ਹੈ। ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਬਣੇ ਨੇ, ਸਤਿਗੁਰੂ ਤੋਂ ਵਿਛੜਨਾ ਨਹੀਂ ਚਾਹੁੰਦੇ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਤਾਂ ਸੱਚ ਸਵਰੂਪ ਹੋ, ਜੇ ਤੁਸੀਂ ਦੇਹੀ ਹੋਵੋ ਅਤੇ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਇਹ ਮਨ ਵਿੱਚ ਸਮਝਾਂ ਵੀ ਤੁਸੀਂ ਦੇਹੀ ਹੋ। ਤੁਸੀਂ ਦੇਹੀ ਨਹੀਂ, ਤੁਸੀਂ ਤਾਂ ਸੱਚ ਸਵਰੂਪ ਹੋ। ਪਰ ਫਿਰ ਵੀ ਤੁਹਾਡਾ ਹੁਕਮ ਹੈ ਅਤੇ ਮਹਾਰਾਜ ਆਪ ਦਾ ਹੁਕਮ ਮੈਂ ਸਦਾ ਹੀ ਮੰਨਦਾ ਰਿਹਾ, ਮੇਰਾ ਫਰਜ਼ ਹੈ। ਗੁਰੂ ਚਰਨਾਂ 'ਤੇ ਨਮਸਕਾਰ ਕਰਕੇ ਧੰਨ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਆ ਗਏ। ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹਨ। ਸਤਿਗੁਰੂ ਨੇ ਆਪਣੇ ਸਰੀਰ ਨੂੰ ਛੱਡਣ ਦਾ ਬਚਨ ਸੁਣਾ ਦਿੱਤਾ।
ਜਦੋਂ ਭਾਈ ਲਹਿਣਾ ਜੀ ਖਡੂਰ ਸਾਹਿਬ ਆ ਗਏ, ਉਸ ਤੋਂ ਬਾਅਦ ਭਾਈ ਸਧਾਰਨ ਜੀ ਅਤੇ ਭਾਈ ਕਮਲੀਆ ਇਹ ਮਹਾਰਾਜ ਦੀ ਸੇਵਾ ਵਿੱਚ ਜੋਤੀ ਜੋਤ ਸਮਾਉਣ ਤੱਕ ਸਤਿਗੁਰੂ ਦੇ ਕੋਲ ਹਾਜ਼ਰ ਰਹੇ। ਭਾਈ ਸਧਾਰਨ ਜੀ ਭਾਈ ਕਮਲੀਆ ਜੀ ਸੇਵਾ ਕਰਦੇ ਨੇ। ਸਤਿਗੁਰੂ ਨੇ ਕਿਹਾ, ਜਾਓ ਸਾਡੇ ਪੁੱਤਰਾਂ ਨੂੰ ਕਹੋ ਅਸੀਂ ਸਰੀਰ ਤਿਆਗ ਜਾਣਾ ਹੈ। ਸੇਵਕਾਂ ਨੇ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਨੂੰ ਕਿਹਾ ਅਤੇ ਉਹਨਾਂ ਗੱਲ ਵੱਲ ਧਿਆਨ ਨਾ ਦਿੱਤਾ ਵੀ ਐਡੀ ਛੇਤੀ ਕਿਵੇਂ ਸਰੀਰ ਤਿਆਗ ਸਕਦੇ ਹੈ, ਕੋਈ ਰੋਗ ਨਹੀਂ, ਕੋਈ ਬਿਮਾਰੀ ਨਹੀਂ, ਸਰੀਰ ਨਵਾਂ ਨਿਰੋਵਾ ਬਿਲਕੁਲ, ਇਹ ਗੱਲ ਕਿਵੇਂ ਹੋ ਸਕਦੀ ਹੈ। ਸਮਾਂ ਨੇੜੇ ਆਇਆ ਤੋ ਜਿੱਥੇ ਜਿੱਥੇ ਖਬਰ ਫੈਲੀ ਗੁਰੂ ਕੇ ਸਿੱਖ ਛੇਤੀ ਛੇਤੀ ਆਉਂਦੇ ਹੈ। ਨਗਰਾਂ ਪਿੰਡਾਂ ਸ਼ਹਿਰਾਂ ਤੋਂ ਕਈ ਘੋੜੀਆਂ 'ਤੇ ਸਵਾਰ ਹੋ ਕੇ ਆਏ ਕਿ ਸਤਿਗੁਰੂ ਕਿਤੇ ਸਰੀਰ ਨਾ ਤਿਆਗ ਦੇਣ, ਅਸੀਂ ਦਰਸ਼ਨ ਕਰ ਲਈਏ। ਵੱਡੀ ਭੀੜ ਇਕੱਤਰ ਹੋਈ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ। ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਤੁਖਾਰੀ ਰਾਗ ਦੇ ਵਿੱਚ 12ਵਾਂ ਬਾਣੀ ਉਚਾਰ ਕੇ ਉਪਦੇਸ਼ ਦਿੱਤਾ। ਮਹਾਰਾਜ ਨੇ ਆਪਣੇ ਮਹਿਲ ਸਤਿਕਾਰਯੋਗ ਸਾਡੇ ਮਾਤਾ ਸੁਲੱਖਣੀ ਜੀ ਨੂੰ ਉਪਦੇਸ਼ ਦਿੱਤਾ ਅਤੇ ਬਚਨ ਕਿਹਾ, ਸੁਲੱਖਣੀਏ ਇਹ ਸੰਸਾਰ ਦੀ ਮਰਿਆਦਾ ਹੈ ਵੀ ਜਿਹੜਾ ਵੀ ਸਰੀਰ ਆਇਆ ਹੈ ਉਹ ਬਿਨਸਨਹਾਰ ਹੈ। ਅਸੀਂ ਇਹ ਸਰੀਰ ਛੱਡ ਕੇ ਚੱਲੇ ਹਾਂ। ਤੁਹਾਡੀ ਆਰ ਬਲਾ ਜੇ ਕੁਝ ਬਾਕੀ ਹੈ ਤੁਸੀਂ ਵੈਰਾਗ ਨਾ ਕਰਨਾ। ਤੁਸੀਂ ਸਦਾ ਹੀ ਮੇਰਾ ਸਾਥ ਦਿੱਤਾ ਔਰ ਜਿਸ ਦਿਨ ਤੁਹਾਡੇ ਨਾਲ ਸੰਬੰਧ ਬਣਿਆ ਸੀ ਉਸ ਦਿਨ ਹੀ ਤੁਸੀਂ ਮੁਕਤ ਹੋ ਗਏ ਸੀ। ਸੋ ਮਹਾਰਾਜ ਨੇ ਉਪਦੇਸ਼ ਦੇ ਕੇ ਹੌਸਲਾ ਦਿੱਤਾ, ਧੀਰਜ ਦਿੱਤਾ ਅਤੇ ਅਖੀਰ ਜਦ ਮਾਤਾ ਸੁਲੱਖਣੀ ਜੀ ਨੇ ਪੁੱਛਿਆ ਕਿ ਮਹਾਰਾਜ ਗੱਦੀ ਤਾਂ ਸੇਵਕ ਨੂੰ ਦੇ ਦਿੱਤੀ ਹੈ, ਤੁਹਾਡੇ ਪੁੱਤਰ ਕੀ ਕਰਨਗੇ। ਅਤੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਸੀ, ਗੁਰੂ ਪੀਰ ਕੇ ਜੇ ਹੈ ਸੁਆਨਾ ਤਿਨ ਕਉ ਪੂਜੈ ਸਕਲ ਜਹਾਨ। ਵੀ ਇਹ ਗੁਰੂ ਪੀਰ ਦੇ ਜਿਹੜੇ ਸੁਆਨ ਹੁੰਦੇ ਆ ਨਾ, ਕੂਕਰ, ਉਹਨਾਂ ਨੂੰ ਵੀ ਸੰਸਾਰ ਦੇ ਲੋਕ ਪੂਜਦੇ ਹੈ। ਇਹਨਾਂ ਨੂੰ ਕਿਸੇ ਗੱਲ ਦੀ ਕੋਈ ਤੋਟ ਕੋਈ ਕਮੀ ਨਹੀਂ ਆਵੇਗੀ। ਸਾਰੇ ਸਿੱਖ ਇਹਨਾਂ ਦਾ ਸਤਿਕਾਰ ਕਰਨਗੇ, ਭਾਵਨਾ ਦੇ ਨਾਲ ਇਹਨਾਂ ਦੇ ਅੱਗੇ ਝੁਕਣਗੇ। ਐਸੀਆਂ ਬਖਸ਼ਿਸ਼ਾਂ ਕਰਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਅੱਜ ਦੇ ਦਿਨ ਅੱਸੂਵਦੀ 10ਵੀਂ ਨੂੰ ਸਤਿਗੁਰੂ ਪਾਤਸ਼ਾਹ ਜੀ ਕਰਤਾਰਪੁਰ ਦੀ ਧਰਤੀ 'ਤੇ ਜੋਤੀ ਜੋਤ ਸਮਾ ਗਏ। ਸੋ ਮਹਾਰਾਜ ਨੇ ਸਾਰੀ ਤਿਆਰੀ ਪਹਿਲਾਂ ਹੀ ਕਰਵਾਈ ਸੀ, ਚੰਦਨ ਦੀ ਚਿਖਾ ਇਤਿਆਦਿਕ, ਪਰ ਜਦੋਂ ਕਨਾਤ ਲੱਗੀ ਸੀ ਉਹਦੇ ਅੰਦਰ ਕੁਝ ਗੁਰੂ ਕੇ ਸਿੱਖ ਸਨ। ਬਾਹਰ ਜਿਹੜੀ ਭੀੜ ਇਕੱਤਰ ਹੋਈ ਹੈ, ਬਹੁਤ ਸਾਰੇ ਮੁਸਲਮਾਨ ਵੀ ਆਏ, ਸਿੱਖ ਵੀ, ਹਿੰਦੂ ਵੀ। ਝਗੜਾ ਹੋਇਆ। ਇੱਕ ਧਿਰ ਕਹਿ ਰਹੀ ਸੀ ਅਸੀਂ ਸੰਸਕਾਰ ਕਰਨਾ ਹੈ, ਦੂਜੀ ਧਿਰ ਕਹਿ ਰਹੀ ਸੀ ਅਸੀਂ ਦਫਨਾਉਣਾ ਹੈ। ਸਿਆਣੇ ਸੂਝਵਾਨ ਗੁਰਸਿੱਖਾਂ ਨੇ ਕਿਹਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਹਨ, ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ ਪੁੱਛੀਏ। ਤਾਂ ਜਦੋਂ ਅੰਦਰ ਗਏ ਵੇਖਿਆ ਸਤਿਗੁਰੂ ਨੇ ਆਪਣਾ ਸਰੀਰ ਅਲੋਪ ਕੀਤਾ। ਇੱਕ ਚਾਦਰ ਸੀ, ਉਸ ਚਾਦਰ ਨੂੰ ਫਿਰ ਅੱਧਾ ਅੱਧਾ ਕੀਤਾ ਗਿਆ। ਇੱਕ ਨੇ ਦਫਨਾਇਆ ਔਰ ਇੱਕ ਨੇ ਸੰਸਕਾਰ ਕੀਤਾ। ਜਿੱਥੇ ਦਫਨਾਇਆ ਉੱਥੇ ਕਬਰ ਬਣਾ ਦਿੱਤੀ ਅਤੇ ਜਿੱਥੇ ਸੰਸਕਾਰ ਕੀਤਾ ਸੀ ਉੱਥੇ ਸਮਾਧ ਬਣਾ ਦਿੱਤੀ। ਇਹ ਗੁਰੂ ਨੂੰ ਭਾਉਂਦਾ ਨਹੀਂ ਸੀ। ਸਮੇਂ ਨਾਲ ਰਾਵੀ ਦੇ ਵਿੱਚ ਹੜ੍ਹ ਆਇਆ, ਦੋਹੇ ਹੀ ਰੋੜ ਕੇ ਲੈ ਗਿਆ। ਜੋ ਅਸਥਾਨ ਬਣਿਆ ਬਾਅਦ ਵਿੱਚ ਇਹ ਫਿਰ ਬਣਿਆ। ਮਹਾਰਾਜ ਦੇ ਪੋਤਰੇ ਬਾਬਾ ਧਰਮਚੰਦ ਨੇ ਫਿਰ ਰਾਵੀ ਤੋਂ ਇਸ ਪਾਸੇ ਵੀ ਅਸਥਾਨ ਕਾਇਮ ਕੀਤਾ ਸੀ, ਗੁਰੂ ਬਾਬਾ ਜੀ ਦਾ ਦੇਹੁਰਾ, ਜਿਹਦੇ ਤੋਂ ਫਿਰ ਨਾਂ ਇਹ ਅਸਥਾਨ ਨਗਰ ਬਣਿਆ ਡੇਰਾ ਬਾਬਾ ਨਾਨਕ। ਬਾਬਾ ਨਾ ਮੜੀ ਨਾ ਬਾਬਾ ਗੋਰ, ਗੁਰ ਅੰਗਦ ਕੇ ਹੀ ਇਹ ਮਾਹੇ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਬੈਠ ਕੇ ਖਡੂਰ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਮਹਾਰਾਜ ਜੀ ਨੇ ਸਿੱਖੀ ਨੂੰ ਅੱਗੇ ਪ੍ਰਫੁੱਲਤ ਕੀਤਾ। ਅਤੇ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਸੂਵਦੀ 10ਵੀਂ ਬਿਕਰਮੀ ਸੰਮਤ 1596 ਈਸਵੀ ਸਨ 1539 ਨੂੰ ਜੋਤੀ ਜੋਤ ਸਮਾਏ।
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਹਰ ਰੋਜ਼ ਜਪਜੀ ਸਾਹਿਬ ਪੜ੍ਹਿਆ ਕਰੀਏ। ਸਤਿਗੁਰੂ ਪਾਤਸ਼ਾਹ ਜੀ ਨੇ 17 ਰਾਗਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ ਔਰ ਸਾਨੂੰ ਇਹ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਸਿਧਾਂਤ ਸਤਿਗੁਰੂ ਨੇ ਬਖਸ਼ਿਸ਼ ਕੀਤਾ। ਹਜੂਰ ਦੇ ਚਰਨਾਂ ਵਿੱਚ ਵਾਰ-ਵਾਰ ਨਮਸਕਾਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਸਾਰ ਵਿੱਚ ਆਏ, ਭੁੱਲਿਆਂ ਭਟਕਿਆਂ ਨੂੰ ਪ੍ਰੇਮਾ ਭਗਤੀ ਦਾ ਮਾਰਗ ਵਿਖਾ ਕੇ ਆਪ ਸਤਿਗੁਰੂ ਸੰਸਾਰ ਤੋਂ ਗਏ ਹੈ। ਸਤਿਗੁਰੂ ਕਿਰਪਾ ਕਰਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮੱਤ ਬਖਸ਼ਣੀ ਜੀ। ਲੜ ਮਰਣਾ ਤੈ ਸਤੀ ਹੋਣ, ਗੁਰਮੁਖ ਪੰਥ ਪੂਰਨ ਪ੍ਰਤਾਪੈ, ਸੱਚ ਸਿਦਕ ਸੱਚ ਪੀਰ ਪਛਾਪੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।